ससा सेब, हाहा हाथी, कक्का कबूतर, खखा खरगोश। मंदिर मसीतां गुरुद्वारे जाके बड़े बड़े करोड़ों रुपया खर्चते हैं लोग। इन्होंने बच्चों से कोई 10 रुपये खर्च के राजी। छछा छतरी, जज्जा जहाज, झज्जा झंडा, इंजा खाली। इन्हों के माँ बाप सारी जिंदगी टोकरी ढोंदे रहंदे ने। मेरा ये सुपना है भी ये बच्चों के सिर ते टोकरी ना आवे। और ये हो गया, इधर देखो, ये हो गया दो के बाद होगा 2 3 यार। ते फर्ज कर लो ये किसी मेले में गुम हो जाने बच्चे, ये अपने घर नहीं पहुँच सकते। जिस बच्चे को अपने माँ बाप का नाम नहीं पता, अपने शहर का नाम नहीं पता, अपने पिंड का नाम नहीं पता, अपने डिस्ट्रिक्ट का नाम नहीं पता, वो बच्चा किवें घर पहुँच सकता। ये वो बच्चे हैं जिन्हें शायद स्कूल नसीब ही नहीं हुआ। आप काम तो करते हो, अब आपको जो पैसा मिलता है आप पैसा गिनना नहीं आता, कोई और आपके बदले पैसा गिन रहा है। तो अभी हम लोगों ने प्लान किया है कि उनके पेरेंट्स को भी एजुकेशन पर लेकर आने के लिए। ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਲਾਪਰਵਾਹੀ ਦੀਆਂ ਖਬਰਾਂ ਤਾਂ ਤੁਸੀਂ ਬਹੁਤ ਵੇਖੀਆਂ ਹੋਣਗੀਆਂ। ਇਹ ਵੀ ਸਾਹਮਣੇ ਆਉਂਦਾ ਹੈ ਕਿ ਅਧਿਆਪਕ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਕਲਾਸ ਹੀ ਨਹੀਂ ਲੈਂਦੇ। ਜਦੋਂ ਪੀਰੀਅਡ ਹੁੰਦਾ ਹੈ ਤਾਂ ਪੀਰੀਅਡ ਨਹੀਂ ਲਗਾਇਆ ਜਾਂਦਾ। ਅਜਿਹੀਆਂ ਖਬਰਾਂ ਬਹੁਤ ਵੇਖੀਆਂ ਹੋਣਗੀਆਂ, ਪਰ ਅੱਜ ਇੱਕ ਅਜਿਹੀ ਖਬਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖਣ ਤੋਂ ਬਾਅਦ ਤੁਸੀਂ ਕੁਝ ਲੋਕਾਂ ਨੂੰ ਸ਼ਾਬਾਸ਼ੀ ਜ਼ਰੂਰ ਦਿਓਗੇ। ਸਕਰੀਨ ਦੇ ਉੱਤੇ ਜਿਹੜੇ ਲੋਕਾਂ ਨੂੰ ਪੜ੍ਹਾਉਂਦੇ ਤੁਸੀਂ ਇਸ ਵੇਲੇ ਦੇਖ ਰਹੇ ਹੋ, ਇਹ ਲੋਕ ਨਾ ਤਾਂ ਕੋਈ ਅਧਿਆਪਕ ਨੇ ਤੇ ਨਾ ਹੀ ਟਿਊਸ਼ਨ ਦੇਣ ਦੇ ਲਈ ਇੱਥੇ ਆਏ ਹੋਏ ਨੇ। ਮਤਲਬ ਕਿ ਕਿਸੇ ਦੇ ਤਰ੍ਹਾਂ ਨਾਲ ਇਹਨਾਂ ਦਾ ਇੱਥੇ ਮਕਸਦ ਬੱਚਿਆਂ ਨੂੰ ਪੜ੍ਹਾ ਕੇ ਪੈਸੇ ਕਮਾਉਣਾ ਨਹੀਂ ਹੈ। ਇਹ ਇੱਕ ਸੇਵਾ ਕਰ ਰਹੇ ਨੇ, ਸਿਕਿਉਰਿਟੀ ਗਾਰਡ ਨੇ ਔਰ ਮੋਹਾਲੀ ਦੇ ਵਿੱਚ ਨੇ ਇਹ, ਔਰ ਸਿਕਿਉਰਿਟੀ ਗਾਰਡ ਬੱਚਿਆਂ ਨੂੰ ਪੜ੍ਹਾ ਰਹੇ ਨੇ ਇੱਥੇ। ਇਹ ਦੋ ਬੋਲੋ ਦੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ? ਨਿਰਮਲ ਸਿੰਘ ਹੈ ਜੀ ਮੇਰਾ ਨਾਮ। ਨਿਰਮਲ ਸਿੰਘ ਜੀ, ਅਧਿਆਪਕ ਬੱਚਿਆਂ ਨੂੰ ਇਹ ਤਾਂ ਖਬਰਾਂ ਸੁਣੀਆਂ ਵੀ ਬੱਚਿਆਂ ਨੂੰ ਅਧਿਆਪਕ ਪੜ੍ਹਾਉਂਦੇ ਨਹੀਂ ਹੈ ਜਾਂ ਫਿਰ ਅਧਿਆਪਕਾਂ ਦੀਆਂ ਲਾਪਰਵਾਹੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਜ਼ਿਆਦਾਤਰ, ਸਾਰੀਆਂ ਨਹੀਂ ਕਹਿੰਦਾ ਜ਼ਿਆਦਾਤਰ। ਪਰ ਤੁਸੀਂ ਇੱਕ ਸਿਕਿਉਰਿਟੀ ਗਾਰਡ ਹੋ, ਇੱਥੇ ਬੱਚਿਆਂ ਨੂੰ ਪੜ੍ਹਾ ਰਹੇ ਹੋ, ਕਿਵੇਂ ਜੀ? ਸਰ ਮੇਰਾ ਬਚਪਨ ਦਾ ਸੁਪਨਾ ਇਹੀ ਹੈ ਵੀ ਮੈਂ ਬੇਰੁਜ਼ਗਾਰ ਬੱਚਿਆਂ ਨੂੰ ਪੜ੍ਹਾਵਾਂ ਜਿਨ੍ਹਾਂ ਦੇ ਮਾਂ-ਬਾਪ ਬੱਚੇ ਨਹੀਂ ਪੜ੍ਹਾ ਸਕਦੇ। ਮੇਰਾ ਬਚਪਨ ਦਾ ਸੁਪਨਾ ਇਹੀ ਹੈ ਵੀ ਮੈਂ ਉਹਨਾਂ ਨੂੰ ਪੜ੍ਹਾਵਾਂ ਤਾਂ ਕਿ ਉਹ ਅੱਗੇ ਵਧਣ। ਇਹਨਾਂ ਦੇ ਮਾਂ-ਬਾਪ ਸਾਰੀ ਜ਼ਿੰਦਗੀ ਟੋਕਰੀ ਢੋਂਦੇ ਰਹਿੰਦੇ ਨੇ। ਮੇਰਾ ਇਹ ਸੁਪਨਾ ਹੈ ਵੀ ਇਹ ਬੱਚਿਆਂ ਦੇ ਸਿਰ ਤੇ ਟੋਕਰੀ ਨਾ ਆਵੇ। ਮੈਂ ਇਹਨਾਂ ਨੂੰ ਇਸ ਟੋਕਰੀ ਢੋਣ ਦੇ ਕਾਰਨ ਤੋਂ ਮਤਲਬ ਬਚਾਉਣਾ ਚਾਹੁੰਦਾ ਹੈ। ਮੇਰਾ ਬਚਪਨ ਦਾ ਇਹੀ ਸੁਪਨਾ ਹੈ, ਮਤਲਬ ਬਚਪਨ ਤੋਂ ਲੈ ਕੇ ਅੱਜ ਤੱਕ, ਕਿਉਂਕਿ 61 ਸਾਲ ਦੀ ਮੇਰੀ ਉਮਰ ਹੋ ਗਈ। ਮੈਂ ਦੁਬਈ ਵੀ ਜਾਇਆ, ਘੁੰਮਿਆ, ਕਤਰ 'ਚ ਵੀ 5 ਸਾਲ ਲਾਇਆ, 2 ਸਾਲ ਦੁਬਈ ਆਬੂ ਧਾਬੀ ਲਾ ਕੇ ਆਇਆ, 5 ਸਾਲ ਕਤਰ ਲਾ ਕੇ ਆਇਆ। ਤੇ ਉਸ ਤੋਂ ਬਾਅਦ ਆਉਣ ਤੋਂ ਬਾਅਦ ਮੈਂ ਜਿੱਥੇ ਵੀ ਮਤਲਬ ਡਿਊਟੀ ਕੀਤੀ ਹੈ ਉੱਥੇ ਹੀ ਮੈਂ 10-15 ਬੱਚੇ ਅਟੈਂਡ ਕਰਕੇ, ਬੇਰੁਜ਼ਗਾਰ ਬੱਚੇ ਜਿਹੜੇ ਮਤਲਬ ਕਿ ਗਰੀਬ ਆਦਮੀ ਹੈ, ਜਿਹੜੇ ਝੁੱਗੀ ਝੋਂਪੜੀਆਂ 'ਚ ਰਹਿੰਦੇ ਆ, ਉਹਨਾਂ ਸਾਰੇ ਬੱਚਿਆਂ ਨੂੰ ਮੈਂ ਮਤਲਬ ਇਕੱਠੇ ਕਰਕੇ ਮੈਂ ਪੜ੍ਹਾਉਣਾ। ਫ੍ਰੀ ਪੜ੍ਹਾਈ ਦਾ ਇਹਨਾਂ ਨੂੰ, ਆਪਣੇ ਕੋਲੋਂ ਕਿਤਾਬਾਂ ਕਾਪੀਆਂ ਦੇ ਦੀਆਂ ਅਤੇ ਫ੍ਰੀ ਪੜ੍ਹਾਈ ਦਾ। ਆਪਣਾ ਕੋਈ ਇਹਦੇ 'ਚ ਹੋਰ ਕੋਈ ਮਤਲਬ ਰੋਲ ਨਹੀਂ ਹੈਗਾ ਵੀ ਆਪਾਂ ਕੋਈ ਇਹ ਤੋਂ ਬੈਨੀਫਿਟ ਲੈਣਾ, ਇਹ ਲੈਣਾ, ਉਹ ਲੈਣਾ। ਇਹ ਕੋਈ ਸੰਸਥਾ ਵਗੈਰਾ ਤੇ ਨਹੀਂ ਹੈ ਵੀ ਜਿਹੜੀ ਤੁਹਾਨੂੰ, ਕਿਉਂਕਿ ਤੁਸੀਂ ਆਪਣੀ ਜੋ ਤਨਖਾਹ ਹੈ ਉਹਦੇ ਚੋਂ ਦਸਵੰਧ ਚੋਂ ਆਪਾਂ ਕੱਢਦੇ ਤੁਸੀਂ? ਬਸ ਉਹੀ ਮੈਂ ਆਪਣਾ ਦਸਵੰਧ ਸਮਝ ਕੇ ਹੀ ਇਹਨਾਂ ਬੱਚਿਆਂ ਦੀ ਸੇਵਾ ਕਰਦਾ। ਮਤਲਬ ਕਿ ਕਈ ਹੁਣ ਮੰਦਿਰਾਂ ਮਸੀਤਾਂ ਗੁਰਦੁਆਰਿਆਂ ਜਾ ਕੇ ਬੜੇ ਕਰੋੜਾਂ ਰੁਪਇਆ ਖਰਚਦੇ ਨੇ ਲੋਕ। ਇਹਨਾਂ ਬੱਚਿਆਂ 'ਤੇ ਕੋਈ 10 ਰੁਪਏ ਖਰਚ ਕੇ ਰਾਜੀ ਨਹੀਂ। ਮੇਰੇ ਮਨ ਦੇ ਵਿੱਚ ਇਹੀ ਸੋਚ ਹੈ ਵੀ ਇਹਨਾਂ ਬੱਚਿਆਂ ਨੂੰ ਅੱਗੇ ਵਧਾਈਏ ਤਾਂ ਕਿ ਇਹ ਆਉਣ ਵਾਲੇ ਸਮੇਂ 'ਚ ਟੋਕਰੀ ਨਾ ਢੋਣੀ ਪਵੇ, ਇਹਨਾਂ ਨੂੰ ਅੱਗੇ ਵਧਣ, ਉਸ ਤੋਂ ਬਾਅਦ ਆਪਣਾ ਮਤਲਬ ਕੈਰੀਅਰ ਚੰਗਾ ਕਰਨ। ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਛ ਨਾ ਕੁਛ ਮਾਂ-ਬਾਪ ਦੀ ਹੈਲਪ ਕਰ ਸਕਣ। ਅਗਰ ਇਹ ਪੜ੍ਹ ਲਿਖਣ ਜਾਣਗੇ ਤਾਂ ਸ਼ਾਇਦ ਆਪਣੇ ਮਾਂ-ਬਾਪ ਦੀ ਚੰਗੀ ਸੇਵਾ ਕਰ ਸਕਣ। ਨਹੀਂ ਤਾਂ ਜਿਸ ਤਰ੍ਹਾਂ ਇਹਨਾਂ ਦੇ ਮਾਂ-ਬਾਪ ਝੁੱਗੀਆਂ ਝੌਂਪੜੀਆਂ 'ਚ ਰਹਿ ਕੇ ਇਹਨਾਂ ਨੂੰ ਮਤਲਬ ਸਿੱਖਿਆ ਦੇ ਰਹੇ, ਆਪਣਾ
ਟੋਕਰੀ ਢੋਣ ਦੀ ਸਿੱਖਿਆ ਦੇ ਰਹੇ ਹੈ, ਇਹਨਾਂ ਬੱਚਿਆਂ ਨੇ ਵੀ ਟੋਕਰੀ ਢੋਣੀ ਹੈ। ਇਹਨਾਂ ਦਾ ਕੋਈ ਸਹਾਰਾ ਨਹੀਂ ਹੈਗਾ, ਕਿਉਂਕਿ ਇਹਨਾਂ ਦੇ ਮਾਪੇ ਇਹੀ ਸੋਚਦੇ ਹੈ ਵੀ ਜੇ ਸਾਡੇ ਜ਼ਿਆਦਾ ਬੱਚੇ ਹੋਣਗੇ 5 ਜਾਂ 10 ਉਨਾ ਸਾਡੀ ਇਨਕਮ ਜ਼ਿਆਦਾ ਹੋਊਗੀ, ਉਨੀਆਂ ਸਾਡੀਆਂ ਜ਼ਿਆਦਾ ਟੋਕਰੀ ਢੋ ਹੋਣੀਆਂ, ਉਨੀ ਸਾਡੀ ਇਨਕਮ ਜ਼ਿਆਦਾ ਹੋਊਗੀ। ਉਹਨਾਂ ਦੀ ਇਹ ਸੋਚ ਇਹੀ ਹੈ, ਉਹਨਾਂ ਦੀ ਬੱਚੇ ਨੂੰ ਪੜ੍ਹਾਉਣ 'ਚ ਸੋਚ ਕੋਈ ਨਹੀਂ ਕਿਸੇ ਕਿਸਮ ਦੀ ਵੀ। ਪਰ ਇਹ ਸਰਕਾਰਾਂ ਦੇ ਕੰਮ ਨੇ, ਸਰਕਾਰਾਂ ਨੂੰ ਪਹਿਲਾਂ ਤੋਂ ਹੀ ਇਹਨਾਂ ਬੱਚਿਆਂ ਨੂੰ ਜਾਂ ਫਿਰ ਅਜਿਹੇ ਲੋਕਾਂ ਦੇ ਲਈ ਹੀਲੇ ਵਸੀਲੇ ਕਰਨੇ ਚਾਹੀਦੇ। ਜਿਵੇਂ ਤੁਸੀਂ ਸਟੇਸ਼ਨਰੀ ਦੇ ਰਹੇ ਹੋ, ਇਹ ਖੁਦ ਤੇ ਖਰੀਦ ਨਹੀਂ ਸਕਦੇ ਜੀ, ਨਾ ਫੀਸਾਂ ਦੇ ਸਕਦੇ, ਫਿਰ ਇਹ ਸਰਕਾਰਾਂ ਦੇ ਕੰਮ ਨੇ, ਤੁਸੀਂ ਕਰ ਰਹੇ ਹੋ। ਸਰ ਜੀ, ਜੋ ਸਾਡੇ ਮਨ 'ਚ ਆਇਆ ਅਸੀਂ ਇੱਦਾਂ ਹੈਲਪ ਕਰ ਰਹੇ ਹਾਂ ਇਹਨਾਂ ਦੀ। ਮਤਲਬ ਕਿ ਬੇਰੁਜ਼ਗਾਰੀ ਅਸੀਂ ਸੋਚਦੇ ਵੀ ਇਸ ਤਰ੍ਹਾਂ ਖਤਮ ਨਹੀਂ ਹੋਣੀ, ਤਾਂ ਕਿ ਇੱਦਾਂ ਖਤਮ ਹੋ ਸਕਦੀ ਹੈ। ਕੱਲ੍ਹ ਨੂੰ ਚੰਗੇ ਅਹੁਦੇ 'ਤੇ ਜਾਣਗੇ, ਇਹ ਚੰਗੀ ਕਲਾਸਾਂ ਜਾਣਗੇ, ਚੰਗੇ ਸਕੂਲਾਂ 'ਚ ਅਟੈਂਡ ਹੋ ਜਾਣਗੇ ਇੱਥੋਂ ਸਿੱਖਿਆ ਲੈ ਕੇ। ਅੱਜ ਇਹਨਾਂ ਬੱਚਿਆਂ ਨੂੰ ਆਪਣੇ ਮਾਂ-ਬਾਪ ਦਾ ਨਾਮ ਯਾਦ ਨਹੀਂ ਹੈਗਾ, ਨਾ ਨਾਮ ਲਿਖਣਾ ਆਉਂਦਾ, ਨਾ ਆਪਣੇ ਸ਼ਹਿਰ ਦਾ ਨਾਮ ਲਿਖਣਾ ਆਉਂਦਾ, ਨਾ ਆਪਣੇ ਪਿੰਡ ਦਾ ਨਾਮ ਲਿਖਣਾ ਆਉਂਦਾ। ਉੱਧਰ ਦੇਖੋ ਬੇਟਾ, ਨਾ ਆਪਣੇ ਪਿੰਡ ਦਾ ਨਾਮ ਲਿਖਣਾ ਆਉਂਦਾ। ਤੇ ਫਰਜ਼ ਕਰ ਲਓ ਇਹ ਕਿਸੇ ਮੇਲੇ ਵਿੱਚ ਗੁੰਮ ਹੋ ਜਾਣ ਬੱਚੇ, ਇਹ ਆਪਣੇ ਘਰ ਨਹੀਂ ਪਹੁੰਚ ਸਕਦੇ। ਜਿਸ ਬੱਚੇ ਨੂੰ ਆਪਣੇ ਮਾਂ-ਬਾਪ ਦਾ ਨਾਮ ਨਹੀਂ ਪਤਾ, ਆਪਣੇ ਸ਼ਹਿਰ ਦਾ ਨਾਮ ਨਹੀਂ ਪਤਾ, ਆਪਣੇ ਪਿੰਡ ਦਾ ਨਾਮ ਨਹੀਂ ਪਤਾ, ਆਪਣੇ ਡਿਸਟ੍ਰਿਕਟ ਦਾ ਨਾਮ ਨਹੀਂ ਪਤਾ, ਉਹ ਬੱਚਾ ਕਿਵੇਂ ਘਰ ਪਹੁੰਚ ਸਕਦਾ? ਉਹ ਬੱਚਾ ਕਿਵੇਂ ਘਰ ਪਹੁੰਚ ਸਕਦਾ? ਉਹ ਬੱਚਾ ਤਾਂ ਹੀ ਘਰ ਪਹੁੰਚ ਸਕੇਗਾ ਜੇ ਉਹਨੂੰ ਕੋਈ ਨਾ ਕੋਈ ਗਾਈਡੈਂਸ ਮਿਲੇ, ਕੋਈ ਨੌਲੇਜ ਮਿਲੇ, ਉਹਨੂੰ ਦੱਸਿਆ ਜਾਵੇ ਤੇਰੇ ਮਾਂ ਦਾ ਆਹ ਨਾਂ ਹੈ, ਤੇਰੇ ਪਿਓ ਦਾ ਆਹ ਨਾਂ, ਤੇਰੀ ਇੰਨੀ ਉਮਰ ਹੈ, ਇਹ ਸਾਰਾ ਕੁਝ ਉਹਨੂੰ ਦੱਸਿਆ ਜਾਵੇ। ਮਤਲਬ ਝੁੱਗੀਆਂ ਝੌਂਪੜੀਆਂ 'ਚ ਰਹਿ ਕੇ ਨਾ ਤਾਂ ਇਹ ਸਕੂਲਾਂ ਦੀ ਫੀਸ ਪੂਰੀ ਕਰ ਸਕਦੇ ਆ, ਨਾ ਬੜੇ ਸਕੂਲਾਂ 'ਚ ਇਹ ਪੜ੍ਹਾ ਸਕਦੇ ਆ। ਉਸ ਤੋਂ ਬਾਅਦ ਇਹਨਾਂ ਦਾ ਇਹ ਸਿਸਟਮ ਹੈ, 1 ਮਹੀਨਾ ਕਿਸੇ ਕੋਠੀ ਬਣਾਉਣ 'ਚ ਲੱਗ ਜਾਂਦਾ ਇਹਨਾਂ ਦਾ, 2 ਮਹੀਨੇ ਕਿਸੇ ਕੋਠੀ 'ਚ ਬਣਾਉਣ 'ਚ ਲੱਗ ਜਾਂਦੇ, ਉੱਥੋਂ ਉੱਠ ਕੇ ਅਗਲੀ ਕੋਠੀ ਚਲੇ ਜਾਂਦੇ, ਇਹ ਉੱਥੇ 6 ਮਹੀਨੇ ਲੱਗ ਜਾਂਦੇ, 4 ਮਹੀਨੇ ਕਿਤੇ ਲੱਗਦੇ ਆ। ਇਸ ਕਰਕੇ ਇਹ ਆਪਣੇ ਸਕੂਲ ਮਤਲਬ ਆਪਣੇ ਬੱਚਿਆਂ ਨੂੰ ਸਕੂਲ 'ਚ ਨਹੀਂ ਪਾ ਸਕਦੇ। ਸਾਡਾ ਇਹੀ ਉਪਰਾਲਾ ਹੈ। ਜਦੋਂ ਇਹ ਬੱਚੇ ਆਉਂਦੇ ਨੇ ਤਾਂ ਕੁਝ ਨਾ ਕੁਝ ਸਿੱਖਿਆ ਹੋਇਆ ਸੀ ਇਹਨਾਂ ਨੇ। ਮੈਂ ਦੇਖ ਰਿਹਾ ਬੜੀ ਸੋਹਣੀ ਆ 7-8 ਲਿਖ ਰਹੇ ਨੇ। ਜਾਂ ਜਿਸ ਦਿਨ ਇਹ ਬੱਚੇ ਮੇਰੇ ਕੋਲ ਆਏ ਹੈ, ਇਹਨਾਂ ਨੂੰ ਇਹ ਨਹੀਂ ਤਾਂ ਪਤਾ ਵੀ ਏਕਾ ਕਿਆ ਹੁੰਦਾ ਹੈ। ਜਿਸ ਦਿਨ ਇਹ ਬੱਚੇ ਸਾਡੇ ਕੋਲ ਆਏ ਹੈ, ਇਹਨਾਂ ਨੂੰ ਇਹ ਨਹੀਂ ਤਾਂ ਪਤਾ ਵੀ ਏਕਾ ਕਿਆ ਹੁੰਦਾ ਹੈ, ਦੂਆ ਕਿਆ ਹੁੰਦਾ, ਤੀਆ ਕਿਆ ਹੁੰਦਾ ਹੈ, ਏ ਕਿਆ ਹੁੰਦੀ ਹੈ, ਬੀ ਕਿਆ ਹੁੰਦੀ, ਸੀ ਕਿਆ ਹੁੰਦੀ ਹੈ। ਅੱਜ ਮੇਰੇ ਕੋਲ ਇਹ 15 ਦਿਨ ਦੇ ਵਿੱਚ ਇਹ ਪੂਰੀ ABC ਜਾਣਦੇ ਆ ਜੀ। 15 ਦਿਨ ਮੈਂ ਸਿਰਫ 15 ਦਿਨ ਪੜ੍ਹਾਇਆ ਇਹਨਾਂ ਨੂੰ। 15 ਦਿਨ ਦੇ ਵਿੱਚ ਪੂਰੀ ABC ਜਾਣਦੇ ਆ ਔਰ 20 ਤੱਕ ਗਿਣਤੀ, ਉਸ 20 ਤੋਂ ਲੈ ਕੇ ਇਹ ਕੁਝ ਬੱਚੇ 50 ਤੱਕ ਗਿਣਤੀ ਲਿਖ ਰਹੇ ਹੈ 15 ਦਿਨ ਦੇ ਵਿੱਚ। ਮਤਲਬ 15 ਦੇ ਪੀਰੀਅਡ ਦੇ ਵਿੱਚ ਇੰਨਾ ਕੁਝ ਸਿੱਖ ਗਏ। ਬਾਕੀ ਹੋਰ ਸਾਡੀ ਕੋਸ਼ਿਸ਼ ਹੈ ਇਹਨਾਂ ਨੂੰ ਅੱਗੇ ਵਧਾਈਏ। ਮੈਂ ਤੁਹਾਨੂੰ ਇੱਥੇ ਸਿਕਿਉਰਿਟੀ ਗਾਰਡ ਕਹਾਂ, ਅਧਿਆਪਕ ਕਹਾਂ, ਗੁਰੂ ਕਹਾਂ, ਉਸਤਾਦ ਕਹਾਂ, ਕੀ ਕਿਹਾ ਜਾਵੇ ਤੁਹਾਨੂੰ? ਸਰ ਜੀ ਇਹ ਤਾਂ ਹੁਣ ਮੈਂ ਕੁਝ ਸੋਚ ਕੇ ਦੱਸ ਨਹੀਂ ਸਕਦਾ। ਇੱਥੇ ਤਾਂ ਐਜ਼ ਏ ਸਿਕਿਉਰਿਟੀ ਗਾਰਡ ਹੀ ਹਾਂ ਮੈਂ, ਪਰ ਸਿਕਿਉਰਿਟੀ ਗਾਰਡ ਹੋਣ ਦੇ ਨਾਤੇ ਮੇਰੀ ਜਿਹੜੀ ਸੋਚ ਹੈ, ਮੇਰੀ ਸੋਚ ਇਹੀ ਹੈ ਵੀ ਜਿਹੜੇ ਬੇਰੁਜ਼ਗਾਰ ਬੱਚੇ ਹੈ, ਮਤਲਬ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਗਾ, ਆਪਾਂ ਦਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਇਹਨਾਂ ਨੂੰ ਉੱਚੇ ਚੱਕਣ ਵਾਸਤੇ। ਇਹਨਾਂ ਦੀ ਹੈਲਪ ਕਰੂੰਗੇ, ਉਹਦੇ ਵਿੱਚ ਇਹ ਪਰਮਾਤਮਾ ਖੁਸ਼ ਹੈ ਜੀ। ਠੀਕ ਹੈ। ਥੈਂਕ ਯੂ। ਤੇ ਸਰਦਾਰ ਜੀ ਦੇ ਨਾਲ ਇੱਕ ਹੋਰ ਸ਼ਖਸ ਹੈਗੇ ਨੇ, ਇੱਕ ਨਾਲ ਜਿਹੜੇ ਇਸ ਵੇਲੇ ਬੱਚਿਆਂ ਨੂੰ ਪੜ੍ਹਾ ਰਹੇ ਨੇ। ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ। ਇਹਨਾਂ ਦਾ ਦੋਨੋਂ ਇਕੱਠੇ ਹੋ ਕੇ ਇੱਥੇ ਆਪਣੀ ਜ਼ਿੰਮੇਵਾਰੀ ਜਿਹੜੀ ਹੈਗੀ, ਆਪਣਾ ਫਰਜ਼, ਇਨਸਾਨੀਅਤ ਦਾ ਫਰਜ਼ ਜਿਹੜਾ ਮੈਂ ਤਾਂ ਕਹਾਂਗਾ, ਕਿਉਂਕਿ ਜ਼ਿੰਮੇਵਾਰੀ ਤਾਂ ਉਹ ਚੀਜ਼ ਹੋ ਜਾਂਦੀ ਹੈ ਜਿਹਨੂੰ ਆਪਾਂ ਲੈ ਲਈਏ, ਪਰ ਇਹ ਫਰਜ਼ ਹੁੰਦੇ ਨੇ ਔਰ ਉਸ ਫਰਜ਼ ਨੂੰ ਅਦਾ ਕਰ ਰਹੇ ਨੇ। ਸਰ ਨਾਮ ਦੱਸੋ ਜੀ ਪਹਿਲੇ। मेरा नाम सुजीत पाठक है। ਪਾਠਕ ਸਾਹਿਬ ਤੁਸੀਂ ਟੀਚਰ ਹੋ ਕੀ? नहीं, मैं एक एम्प्लॉय हूँ, एक कंपनी में मेरी जॉब है। अच्छा जी। तो ये एक ड्यूटी है जो मैं जॉब के बाद पूरी करता हूँ। अच्छा। सोसाइटी समथिंग हम रिटर्न करते हैं सोसाइटी को, तो इन बच्चों के लिए मुझे लगता है कि मेरी जिम्मेदारी थी जो शायद मैं पूरा कर रहा हूँ। ਮਨ ਦੇ ਵਿੱਚ ਕਿਵੇਂ ਖਿਆਲ ਆਇਆ ਵੀ ਇੰਨੇ ਥੱਲੇ ਡਿੱਗੇ ਹੋਏ ਬੱਚੇ ਜਿਨ੍ਹਾਂ ਦੇ ਕੋਲ ਪੈਸਾ, ਮਾਪਿਆਂ ਦੇ ਕੋਲ ਫੀਸਾਂ ਤਾਂ ਛੱਡੋ, ਸ਼ਾਮ ਦੀ ਰੋਟੀ ਦੇ ਲਈ ਪੈਸਾ ਨਹੀਂ ਹੁੰਦਾ ਇਹਨਾਂ ਲੋਕਾਂ ਦੇ ਕੋਲ ਜੀ, ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਵੀ ਗਰੀਬਾਂ ਦੀ ਆਪਾਂ ਨੇ ਬੱਚਿਆਂ ਨੂੰ ਪੜ੍ਹਾਉਣਾ, ਗਰੀਬਾਂ ਦੇ ਬੱਚਿਆਂ? इन बच्चों के जब पेरेंट्स को मैं देखता हूँ तो लगता है कि गरीबी और शायद अशिक्षा रह गई, जिनकी वजह से वो शायद लेबर क्लास या कहें वो आज उस समाज में है जहाँ शायद उनकी वैल्यू नहीं है। तो आया कि क्यों ना इन बच्चों को थोड़ा पढ़ा कर हम शायद इनकी लेवल थोड़ा सा ऊपर कर सकते हैं।
और ये वो बच्चे हैं जिन्हें शायद स्कूल नसीब ही नहीं हुआ और शायद नसीब हो भी नहीं सकता था, क्योंकि ये हमेशा इनके जो भी इनके पापा मम्मी जो जॉब करती हैं वो कभी यहाँ कभी वहाँ घूमते रहते हैं, तो आप एक स्कूल में रख के पढ़ भी नहीं सकते उसको, तो ताकि इनके लिए जब स्कूल नहीं होता तो क्या स्कूल हम लेकर आ सकते हैं इनके पास। तो अंकल जी के साथ हम लोग जुड़े, तो फिर उसके बाद हुआ कि इन बच्चों को इकट्ठा किया जाए। तो पहले हमने 2 बच्चों को पकड़ा, उसे चॉकलेट बिस्किट लालच देकर हमने बिठाया, क्योंकि शिक्षा कभी आज तक उन्होंने देखी नहीं थी, तो एक स्कूल का टेस्ट लगाना था कि ये समथिंग अच्छा होता है, ये आपके बेहतर के लिए है। तो हमने फिर चॉकलेट बिस्किट लगा कर इन्हें यहाँ बुलाया, फिर धीरे पढ़ाना शुरू किया। और अच्छी बात है कि बच्चे पढ़ रहे हैं, इंटरेस्ट से पढ़ रहे हैं। तो अब जैसे अभी मैं 9 पढ़ा रहा हूँ, बच्चे आगे 10 तक लिखते हैं, तो बच्चे अब खुद भी पढ़ रहे हैं और अच्छा कर रहे हैं। देख के खुशी होती है कि चलो कुछ मेहनत रंग ला रही है। ਪਾਠਕ ਸਾਹਿਬ ਹੋ ਕਿੱਥੋਂ ਤੁਸੀਂ, ਕਿੱਥੋਂ ਬਿਲੋਂਗ ਕਰਦੇ ਹੋ? मैं हूँ बिहार से। ਅੱਛਾ ਜੀ। हाँ, तो मेरी जॉब यहीं पर है। तो ये बच्चे अक्सर जब भी यहाँ नई कंस्ट्रक्शन चल रही है तो इन बच्चों को देखता था, इन दिन भर ये नीचे वहाँ घूमते रहते हैं। तो मन में ख्याल आया कि बाकी बच्चे जाते होंगे स्कूल, ये बच्चे यहाँ घूमते हैं, तो कल को जब ये बड़े हो जाएंगे तो फिर हम शायद दोष देंगे कि ये पढ़े क्यों नहीं, शिक्षा फ्री है, सब कुछ फ्री है, तो इन शिक्षा मिला नहीं। तो फिर वही तभी था कि एक आइडिया आया कि क्यों ना इनकी शिक्षा के लिए कुछ तो कर सकते हैं। तो अब ऑफिस की टाइमिंग हमारे पास होती है जिसमें शायद ऑफिस बाहर नहीं आ सकता, तो ऑफिस के बाद का समय तो मेरा है, तो क्या उसमें मैं कुछ कर सकता हूँ इनके लिए। तो ऑफिस के बाद का समय चुना, बच्चे आए, इनके पेरेंट्स से बात किया, वो लोग भी खुश थे, चलो ठीक है हमारे बच्चे कुछ तो सीख जाएंगे और शायद उनसे अच्छा कर पाएंगे भविष्य में बड़े होकर। तो ये था, अच्छा लगता है। और ख़ासकर बेटी बचाओ बेटी पढ़ाओ का शायद एक अभियान शायद था, तो मैक्सिमम जो लड़कियाँ ही हमारे पास हैं, तो ये भी एक देख कर अच्छा लगता है कि लड़कियां पढ़ रही हैं, आगे बढ़ रही हैं। ਅੱਜ ਕਿੰਨੇ ਬੱਚੇ ਹੋ ਗਏ ਨੇ टोटल? हम लोगों ने लगभग 2 बच्चों से शुरू किया था, आज 12-14 बच्चे तो हो ही गए, क्योंकि बच्चे कुछ आते हैं फिर जैसे बच्चे फिर चले गए, जिनके कहीं और जॉब लगी, कहीं और काम हो गया तो वहाँ निकल गए, तो बच्चे फिर आते जाते रहते हैं। तो अब इनकी तो कोई एक फिक्स एड्रेस नहीं है, ना इनका कोई लोकेशन है, ये घूमते फिरते रहते हैं। तो जो बच्चे हमें आसपास दिख रहे हैं हम उन्हें पकड़ के ले आते हैं, भाई पढ़ना है और उनके पेरेंट्स भी हैप्पी हैं, चलो ठीक है बच्चा हमारा पढ़ लेगा। ਹੁਣ ਮੀਡੀਆ ਦੇ ਵਿੱਚ ਤੁਸੀਂ ਆ ਗਏ ਹੋ, ਦੋਨੋਂ ਬੱਚਿਆਂ ਦੇ ਬਾਰੇ ਵੀ ਪਤਾ ਲੱਗ ਗਿਆ ਹੈ, ਪਰ ਜੇਕਰ ਕੋਈ ਚਾਹੁੰਦਾ ਹੋਵੇ, ਕੋਈ ਸੰਸਥਾ ਚਾਹੁੰਦੀ ਹੋਵੇ ਵੀ ਅਜਿਹੇ ਬੱਚਿਆਂ ਨੂੰ, ਕਿਉਂਕਿ ਇਹ ਕੋਈ ਉਪਰਾਲਾ ਸ਼ਾਇਦ ਪਹਿਲੀ ਵਾਰ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਕੋਈ ਕਰ ਰਿਹਾ ਆਪਣੇ ਇਨਕਮ ਦੇ ਵਿੱਚੋਂ, ਜੇ ਹੋਣਗੇ ਵੀ ਬਹੁਤ ਸਾਰੇ ਹੋਣਗੇ, ਪਰ ਇਹਨਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਵੇ ਵੀ ਸਰਟੀਫਿਕੇਟ ਕੁਆਲੀਫਿਕੇਸ਼ਨ ਜਿਹੜੀ ਹੋਵੇ ਇਹਨਾਂ ਦੀ, ਸਰਟੀਫਾਈਡ ਹੋਵੇ। ਅੱਛਾ ਕਰ ਰਹੇ ਹੋ ਤੁਸੀਂ, ਪਰ ਕੀ ਇਹਨਾਂ ਨੂੰ ਅੱਗੇ ਜਾ ਕੇ ਮਾਨਤਾ ਮਿਲੇਗੀ ਕਿਸੇ ਤਰ੍ਹਾਂ ਦੀ, ਜਾਂ ਫਿਰ ਤੁਹਾਡੇ ਕੋਈ ਸੁਪਨੇ ਹੈਗੇ ਨੇ ਵੀ ਐਵੇਂ ਦਾ ਕੁਝ ਕੀਤਾ ਜਾਵੇ? अभी इनके पास शिक्षा कुछ थी ही नहीं। अभी जैसा बता रहे थे कि अभी जब हम लोगों ने इन्हें लाया था यहाँ पर, तो इन्हें 1 या 2 क्या था पता ही नहीं था, इनके लिए सब कुछ एक दूसरी दुनिया की चीज़ थी। अब ये इन्हें पता है कि 1 या 2 गिनती होती है और 1-2 से क्या होता है, तो अब धीरे धीरे बढ़ रहे हैं। तो हम लोग भी उसके साथ हम लोग इनका फ्यूचर सिक्योर कर रहे हैं कि आगे अब कैसे करेंगे। तो अभी एक प्लान आउट कर रहे थे कि क्या इनमें से जो बड़े बच्चे हैं जो कि अभी 7वीं 8वीं 9वीं के लायक हैं उनको क्या करें। तो अभी देख रहे थे कि एक ओपन स्कूलिंग है जहाँ से आपको कोई स्कूल की डिपेंडेंसी नहीं होती कि स्कूल में आपका नामांकन हो चाहे एडमिशन हो, वहाँ से आप जाकर करोगे। तो अभी प्लान है कि इन बच्चों कुछ बच्चे का ऐसा ग्रुप बन जाए, 5-6 बच्चे हो जाए, तो हम एक बार उनके पास लोकल रीजनल में एक बार अप्रोच कर सकते हैं कि वो बच्चे हैं जो शायद दबे या जिनके पास नहीं मिला, वो जिनको मौका नहीं मिला रजिस्ट्रेशन करने का या पढ़ने का या अच्छी शिक्षा के लिए, तो शायद उसके बाद आगे प्लान करेंगे उनके लिए भी कि 10वीं उनका निकाल सके। अभी हमारा ये सपना है कि हम लोग 10वीं 12वीं इसके हम कुछ तो कर सकें इनके लिए, कि एटलीस्ट एक बेसिक एजुकेशन कंप्लीट हो जाएगी इनकी। ਜਦੋਂ ਤੁਸੀਂ ਇਹਨਾਂ ਨੂੰ ਪੜ੍ਹਾਉਂਦੇ ਹੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਨੂੰ ਮੁਸ਼ਕਿਲ ਆਉਂਦੀਆਂ ਨੇ, ਜਾਂ ਫਿਰ ਕਿਵੇਂ ਦਾ? ਕਿਉਂਕਿ ਸਰਕਾਰੀ ਸਕੂਲਾਂ ਦੀ ਗੱਲ ਕਰਾਂ, ਇੱਕ ਵਾਰ ਬੱਚਾ, ਅਸੀਂ ਵੀ ਚਲੋ ਪੜ੍ਹੇ ਆ, ਜੇ ਇੱਕ ਵਾਰ ਬੱਚਾ ਪੁੱਛਦਾ ਹੈ, ਕਈ ਟੀਚਰ ਹੁੰਦੇ ਨੇ ਅੱਛੇ ਹੁੰਦੇ ਨੇ, ਬਟ ਜ਼ਿਆਦਾਤਰ ਸਕੂਲਾਂ ਦੇ ਬੱਚੇ ਜੇ ਦੂਜੀ ਵਾਰ ਪੁੱਛੇ ਤੀਜੀ ਵਾਰ ਪੁੱਛੇ ਤਾਂ ਉਹ ਇਰੀਟੇਟ ਹੁੰਦੇ ਨੇ, ਤਾਂ ਐਵੇਂ ਦਾ ਕੁਛ ਤੇ ਨਹੀਂ ਹੁੰਦਾ? ਤੁਹਾਨੂੰ ਵਾਰ-ਵਾਰ ਪੁੱਛਦੇ ਹੋਣਗੇ? नहीं जी, ये तो मतलब ये खुशी होती है कि अगर पूछते हो तो मतलब आप कोशिश कर रहे हो, और आप कोशिश करो मतलब आप कुछ सीख रहे हो, तो ये तो और खुशी की बात है कि आप अगर पूछते हो। लेकिन मैं अगर अपनी एक्सपीरियंस बताऊं तो बच्चों ने कभी आज तक परेशान नहीं किया कि हाँ उनको सीखने में दिक्कत है, चाहे वो बच्चे अभी देखो अब मुश्किल से 2 वीक में बच्चे आज 10 तक लिख रहे हैं, जिन्हें कुछ पता नहीं था, वो हैप्पीली वो 10 तक लिखते हैं। उनकी क्लास में 2-3 घंटे की क्लास है। रेगुलर स्कूल्स में जहाँ पर कि 5-6 घंटे की क्लास होती है, उसके बावजूद आप 1-2 साल लगता है आपको सीखने में, 1, 2, 3, 4। अभी हमारे पास ऐसा कुछ रिसोर्स नहीं, कुछ भी नहीं है। ये बच्चे ज़मीन पर बैठे थे,
ज़मीन पे बैठे थे, इनके लिए कुछ चटाइयाँ बनवाई, कुछ चटाइयाँ मिली, फिर स्लेटर लाए गए, वो चॉक्स लाए गए। तो बच्चे खुद ही 2 घंटे में आप पढ़ रहे हैं और फिर 2 घंटे में आप इतना फास्ट ग्रोथ कर रहे हैं। मुझे लगता है कि इनको प्लेटफॉर्म की कमी थी, जो शायद हम लोग एक बन रहे हैं जरिया, जो जहाँ शायद ये हमारे थोड़ी ऊपर उठ पाएँ। ਮਤਲਬ ਇੱਥੋਂ ਤੁਹਾਨੂੰ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਸਰਕਾਰਾਂ ਦੀ ਥੋੜੀ ਕਮੀ ਸਾਡੇ ਜਾਂ ਪ੍ਰਸ਼ਾਸਨ ਦੀ ਕਮੀ रही है, शिक्षा तंत्र दी जो शिक्षा तंत्र है हमारा उसकी थोड़ी कमी रही है, उसमें जो बच्चे पढ़ सकते हैं उनको थोड़ा प्रोत्साहित नहीं किया गया है। नहीं, मैं उस पर तो ब्लेम नहीं कर सकता, क्योंकि उनका एक अलग ड्यूटी है जी। अब ये बच्चे थे जो यहाँ घूम तो रहे थे, अब मुझे नहीं लगता है कोई स्कूल के प्रिंसिपल आके यहाँ बिल्डिंग में चेक करें कि क्या बच्चे घूम रहे हैं कि नहीं। तो ये और इनका कोई एक, मैंने जैसे बताया, इनका कोई एड्रेस भी नहीं है, आज यहाँ कल वहाँ। तो इनको ट्रैक करना हमारे लिए मुश्किल था शुरू में कि अब कौन कौन से बच्चे हैं और कितने बड़े हैं, इनके पेरेंट्स कौन हैं। तो समहाउ हम लोगों ने किया, बट अच्छा है अगर कोई स्कूल भी अगर ध्यान देती है, इन बच्चों को रेगुलर एडमिशन करवाती है, तो हमारे लिए और खुशी की बात होगी कि इन बच्चों को एक बेस मिल जाएगा। क्योंकि मैं बाय प्रोफेशन टीचर नहीं हूँ, मैं गलती कर सकता हूँ। तो जो मैं पढ़ा रहा हूँ ये मैं अपने जो मैंने सीखा मैं वो पढ़ा रहा हूँ, लेकिन हो सकता है जो टीचर हो वो शायद बेहतर जानते हों, तभी वो टीचर हैं। तो शायद अगर वो प्लेटफॉर्म मिल जाता या मिल जाए तो और खुशी होगी। तो हमारे बच्चों को वहाँ लाएंगे कि आप इनको भी पढ़ा दो, इनको भी पढ़ा दो। ਬਿਲਕੁਲ ਜਿਹੜਾ ਤੁਹਾਡਾ ਕੰਮ ਹੈਗਾ ਬਹੁਤ ਇੱਕ ਸ਼ਲਾਘਾਯੋਗ ਕਦਮ ਹੈਗਾ ਤੁਹਾਡਾ, ਔਰ ਅਸੀਂ ਵਿਸ਼ਵਾਸ ਵੀ ਹੈ, ਸਾਨੂੰ ਉਮੀਦ ਵੀ ਕਰਦੇ ਹਾਂ ਔਰ ਅਰਦਾਸ ਵੀ ਹੈ ਪਰਮਾਤਮਾ ਨੂੰ ਕਿ ਤੁਸੀਂ ਇਸ ਤਰ੍ਹਾਂ ਦੇ ਬੱਚੇ ਤੁਹਾਡੇ ਕੋਲ ਆਉਣ ਤੇ ਜਿਹੜੇ ਬੱਚਿਆਂ ਨੇ ਅੱਗੇ ਜਾ ਕੇ ਸਿਰ ਤੇ ਟੋਕਰੀਆਂ ਢੋਣੀਆਂ ਸੀ ਉਹਨਾਂ ਦੇ ਸਿਰ ਤੇ ਟੋਕਰੀਆਂ ਦਾ ਭਾਰ ਘਟੇ ਤੇ ਉਹ ਇੱਕ ਸਿੱਖਿਆ ਲੈ ਕੇ ਫਿਰ ਉਹ ਅੱਗੇ ਵਧਣ। ਤੇ ਤੁਸੀਂ ਇਹ ਕੰਮ ਕਰਦੇ ਹੋ, ਤੁਹਾਡੇ ਹਿੱਸੇ ਕੰਮ ਹੈ, ਉਹਦੇ ਲਈ ਤੁਹਾਨੂੰ ਵੀ ਬਹੁਤ ਵਧਾਈਆਂ। उसमें एक और चीज़ थी जो अभी हम लोगों ने प्लान आउट किया हुआ है कि जब इनके पेरेंट्स से हम मिल रहे थे तो वो लोग भी इलिटरेट हैं जी। और सब मतलब एक आश्चर्य की बात थी कि उन्हें पैसा भी गिनना नहीं आता। आप काम तो करते हो, अब आपको जो पैसा मिलता है आप पैसा गिनना नहीं आता, कोई और आपके बदले पैसा गिन रहा है। तो अभी हम लोगों ने प्लान किया है कि उनके पेरेंट्स को भी एजुकेशन पर लेकर आने के लिए। तो अभी हम लोगों ने सैटरडे संडे के लिए भी प्लान किया है कि उनके, क्योंकि दिन भर तो ये काम करते हैं, तो शाम का 1 घंटा हमने कुछ से बात की है कि क्या आप शाम का 1 घंटा तैयार हो हमारे साथ सैटरडे संडे लगाने के लिए। तो वो तैयार हैं, तो होपफुली कि हम जल्द ही सैटरडे संडे उनके लिए इवनिंग क्लास लगाएंगे, ताकि आपका दिन का रूटीन डिस्टर्ब ना हो और आप शिक्षा ले भी लें। ये भी हम लोगों की ਬਹੁਤ ਵਧੀਆ ਉਪਰਾਲਾ ਪਾਠਕ ਸਾਹਿਬ ਦਾ ਤੇ ਸਰਦਾਰ ਨਿਰਮਲ ਸਿੰਘ ਜੀ ਦਾ ਹੈ। ਤਾਂ ਸਿਕਿਉਰਿਟੀ ਗਾਰਡ ਨੇ, ਇਹ ਵੀ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦੇ ਨੇ, ਪਰ ਇੱਕ ਅਧਿਆਪਕ ਮੈਂ ਸਾਰੇ ਅਧਿਆਪਕਾਂ ਦਾ ਸਤਿਕਾਰ ਕਰਦਾ, ਕਿਉਂਕਿ ਅਧਿਆਪਕਾਂ ਦੇ ਕੋਲ ਪੜ੍ਹੇ ਆ ਅੱਜ, ਇਸ ਕਰਕੇ ਇਸੇ ਮੁਕਾਮ ਤੇ ਆ। ਪਰ ਕੁਝ ਖਬਰਾਂ ਜਦੋਂ ਆਉਂਦੀਆਂ ਤਾਂ ਮਨ ਖੱਟਾ ਜ਼ਰੂਰ ਹੁੰਦਾ ਹੈ, ਪਰ ਉਹਨਾਂ ਅਧਿਆਪਕਾਂ ਨੂੰ ਜਿਨ੍ਹਾਂ ਦੀਆਂ ਖਬਰਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਕਿ ਲਾਪਰਵਾਹੀ ਦੀਆਂ ਖਬਰਾਂ ਆਉਂਦੀਆਂ ਨੇ, ਤਾਂ ਉਹਨਾਂ ਅਧਿਆਪਕਾਂ ਨੂੰ ਅਜਿਹੇ ਲੋਕਾਂ ਤੋਂ, ਨਿਰਮਲ ਸਿੰਘ ਜੀ ਵਰਗਿਆਂ ਤੋਂ, ਪਾਠਕ ਸਾਹਿਬ ਵਰਗਿਆਂ ਤੋਂ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ, ਤਾਂ ਜੋ ਸਾਡੇ ਸਮਾਜ ਨੂੰ, ਗੰਦਲੇ ਹੋਏ ਸਮਾਜ ਨੂੰ ਸਾਡੇ ਨੂੰ ਸੁਧਾਰਿਆ ਜਾ ਸਕੇ। ਇੱਕ ਵਾਰ ਫਿਰ ਅਸੀਂ, ਸਾਡਾ ਸਮਾਜ, ਸਾਡਾ ਪੰਜਾਬ, ਸਾਡਾ ਦੇਸ਼ ਭਾਰਤ ਇੱਕ ਵਾਰ ਫਿਰ ਤੋਂ ਤਰੱਕੀ ਦੀ ਰਾਹ 'ਤੇ ਆ ਜਾਵੇ, ਖੁਸ਼ਹਾਲੀ ਦੇ ਰਾਹ 'ਤੇ ਆ ਜਾਵੇ। ਇਹ ਸੀ ਅੱਜ ਦੀ ਸਾਡੀ ਖਾਸ ਪੇਸ਼ਕਸ਼। ਜਗਦੀਪ ਸਿੰਘ ਦਲੀਨ ਦਿਓ ਇਜਾਜ਼ਤ, ਧੰਨਵਾਦ।